विचार गुरु दे शब्द दे राखी गुरु दी विचार दे राखी उन्हां दे मुख उजले हुंदे आ। सतगुरु अगलेरियां पंक्तियां च जो बख्शिश रहमत कृपा वरतारे आ। आओ सतगुरां दी बख्शिश दे पात्र बन सकीए। आप संगत बख्शो असीस बा अदब बा सत्कार सहबा नूं झुकाओ शीस उचारण करो जी सतनाम श्री सतनाम श्री साहिब सच्चे पातशाह धन श्री गुरु अमरदास महाराज जी बख्शिश करते ने। हलत पलत सुख पाएंदे जप जप हृदय मुरार। साहिब सच्चे पातशाह जी बख्शिश करते हैं ਜਿਹੜੇ ਕਰਤਾਰ ਨੂੰ ਪ੍ਰਮਾਤਮਾ ਅਕਾਲ ਪੁਰਖ ਕਰਤੇ ਨੂੰ ਨਿਤਾ ਪ੍ਰਤੀ ਜਪਦੇ ਕਣ ਜਪ ਜਪ ਕੇ ਹਿਰਦੇ ਵਿੱਚ ਵਸਾ ਲੈਂਦੇ। ਸਤਿਗੁਰੂ ਜੀ ਕਹਿੰਦੇ ਕਨ ਉਹ ਹਲਤ ਅਤੇ ਪਲਤ ਵਿੱਚ ਸੁਖ ਪ੍ਰਾਪਤ ਕਰਦੇ ਆ। ਭਾਵ ਕਿ ਸੰਸਾਰ ਦੀ ਧਰਤੀ ਤੇ ਰੱਬ ਦੇ ਘਰ ਦੇ ਅੰਦਰ ਵੀ ਉਹਨਾਂ ਨੂੰ ਸੁਖ ਮਿਲਦਾ ਹੈ, ਸੁਖ ਪ੍ਰਾਪਤ ਕਰਦਾ। ਬੜੀਆਂ ਜਗ੍ਹਾ ਤੇ ਮੇਰੇ ਸਤਿਗੁਰਾਂ ਨੇ ਆ ਦੋਵੇਂ ਪੱਖਾਂ ਦੀ ਗੱਲ ਕੀਤੀ ਹੈ, ਹਲਤ ਵੀ ਪਲਤ ਵੀ। ਇਹਨੂੰ ਲੋਕ ਵੀ ਕਿਹਾ, ਪਰਲੋਕ ਵੀ ਕਿਹਾ, ਇਹਨੂੰ ਨਰਕ ਵੀ ਕਿਹਾ, ਸਵਰਗ ਵੀ ਕਿਹਾ। ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਕਨ ਉਹਨਾਂ ਦਾ ਹਲਤ ਤੇ ਪਲਤ ਸਬਰ ਜਾਂਦਾ ਹੈ ਕਿਹਨਾਂ ਦਾ, ਜਿਹੜੇ ਕਰਤਾਰ ਦੇ ਨਾਮ ਨੂੰ ਜਪਦੇ ਆ। ਇਸ ਦੀ ਵਰਤਾਏ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪੁੱਛਿਆ ਤੇ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇਹੀ ਬਾਤ ਕਹੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਕੈ ਕਾਮ ਤੇ ਨਾ। ਸੋ ਐਸਾ ਕਰ ਧਿਆਈਐ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ। ਉੱਥੇ ਸਤਿਗੁਰਾਂ ਨੇ ਗੱਲ ਕੀਤੀ ਜਪ ਮਨ ਸਤਨਾਮ ਸਦਾ ਸਤਨਾਮ। ਇਹ ਮੇਰੇ ਮਨਾ ਤੂੰ ਸਤਨਾਮ ਜਪ, ਔਰ ਇਹ ਸਤਨਾਮ ਦਾ ਜਾਪ ਸਦਾ ਲਈ ਜਪ। ਜਪ ਮਨ ਸਤਨਾਮ ਸਦਾ ਸਤਨਾਮ। ਤੇ ਸਭ ਕਹਿੰਦੇ ਕੀ ਹੋਵੇਗਾ? ਸਤਿਗੁਰੂ ਜੀ ਕਹਿੰਦੇ ਹਲਤ ਪਲਤ ਮੁਖ ਉਜਲ ਹੋਈ ਹੈ। ਹਲਤ ਔਰ ਪਲਤ ਇੱਥੇ ਵੀ ਰੱਬ ਦੇ ਘਰ ਦੇ ਅੰਦਰ ਵੀ ਤੇਰਾ ਮੁਖ ਉਜਲਾ ਹੋਵੇਗਾ। ਕਈ ਲੋਕ ਨਾ ਦੁਨੀਆ ਦੇ ਅੰਦਰ ਵਿਚਰਦੇ ਆਇਆ, ਸਮਾਜ ਅੰਦਰ ਰਹਿੰਦੇ ਆਇਆ ਬੜੀ ਵਾਹਵਾ ਖੱਟਦੇ ਆ, ਬੜੇ ਅਮੀਰ ਹੁੰਦੇ ਆ, ਰੁਤਬੇ ਵੀ ਵੱਡੇ ਮਿਲ ਜਾਂਦੇ ਆ। ਲੋਕੀ ਸਲਾਮਾਂ ਠੋਕਦੇ ਆ, ਉਹਨਾਂ ਲੋਕਾਂ ਸਿਜਦੇ ਕਰਦੇ ਆ, ਨਮਸਕਾਰਾ ਕਰਦੇ। ਹੁਣ ਲੋਕ ਦੇ ਅੰਦਰ ਤੇ ਉਹਨਾਂ ਦੀ ਬਹੁਤ ਵਾਹ-ਵਾਹ ਵਾ, ਲੋਕਾਂ ਦੇ ਅੰਦਰ ਤੇ ਉਹਨਾਂ ਨੂੰ ਬਹੁਤ ਸਿਜਦੇ ਹੁੰਦੇ ਆ, ਸਲਾਮਾਂ ਹੁੰਦੀਆਂ। ਕਿਉਂਕਿ ਅਮੀਰ ਹੈ, ਵੱਡਾ ਹੋਵੇ ਪੁਰਖ ਬੰਦਾ, ਅਮੀਰ ਜ਼ਿਆਦਾ ਹੋਵੇ, ਹਰੇਕ ਬੰਦੇ ਦੀ ਮਨ ਦੀ ਭਾਵਨਾ ਹੁੰਦੀ ਵੀ ਇਸ ਬੰਦੇ ਨਾਲ ਮੇਰੀ ਬੈਠਣ ਉੱਠਣ ਹੋਵੇ। ਕੋਈ ਵੱਡਾ ਲੀਡਰ ਹੋਵੇ, ਕੋਈ ਵੱਡਾ ਮਾਇਆ ਪੱਖੋਂ ਹੋਵੇ, ਕੋਈ ਵੱਡਾ ਰੁਤਬੇ ਪੱਖੋਂ ਹੋਵੇ। ਇਹਨਾਂ ਤਿੰਨਾਂ ਚੀਜ਼ਾਂ ਕਰਕੇ, ਚਾਰਾਂ ਚੀਜ਼ਾਂ ਕਰਕੇ ਬੰਦਾ ਚਾਹੁੰਦਾ ਵੀ ਇਸ ਬੰਦੇ ਨਾਲ ਮੇਰਾ ਬੈਠਣ ਉੱਠਣ ਹੋਵੇ। ਆਹ ਬੰਦੇ ਦੀ ਪਹੁੰਚ ਬੜੀ ਦੂਰ ਤੱਕ ਹੈ, ਆਹ ਬੰਦੇ ਕੋਲ ਰੁਪਈਆ ਪੈਸਾ ਬੜਾ ਹੈ, ਇਸ ਬੰਦੇ ਦਾ ਰੁਤਬਾ ਬਹੁਤ ਵੱਡਾ ਹੈ। ਇਹਨਾਂ ਤਿੰਨਾਂ ਚੀਜ਼ਾਂ ਕਰਕੇ ਬੰਦਾ ਨਾ ਉਸ ਬੰਦੇ ਨਾਲ ਸਾਂਝ ਮਨਾਉਂਦਾ ਹੈ। ਹੁਣ ਹੈ ਤੇ ਬਹੁਤ ਵੱਡਾ ਉਹ ਬੰਦਾ। ਮੇਰੇ ਸਤਿਗੁਰੂ ਜੀ ਕਹਿੰਦੇ ਆ ਜੇ ਏਡਾ ਵੱਡਾ ਬੰਦਾ ਹੋਵੇ, ਏਡਾ ਨਾਮ ਨਾ ਹੋਵੇ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਚੰਗਾ ਨਾਉ ਰਖਾਏ ਕਾ ਬੜਾ ਵੱਡਾ ਨਾਮ ਹੈ, ਚੰਗਾ ਨਾਮ। ਤੇ ਸਤਿਗੁਰੂ ਜੀ ਕਹਿੰਦੇ ਜਸ ਕੀਰਤ ਜਗ ਲੇ, ਜਗ ਦੀ ਸ਼ੋਭਾ ਪ੍ਰਾਪਤ ਕਰੇ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਪਰ ਸਤਿਗੁਰੂ ਜੀ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ
ਪਰ ਜੇ ਤੂੰ ਰੱਬ ਦੀ ਨਿਗਾਹ ਵਿੱਚ ਚੰਗਾ ਨਹੀਂ ਨਾ ਬਣਿਆ, ਲੋਕਾਂ ਦੀ ਨਿਗਾਹ 'ਚ ਚੰਗਾ ਹੈ ਕਿਉਂਕਿ ਰੁਪਈਆ ਪੈਸਾ ਹੈ, ਮਾਇਆ ਹੈ, ਜਿੱਧਰੋਂ ਲੰਘਦਾ 5-5 10-10 ਬੰਦੇ ਨਾਲ ਚੱਲਦੇ, ਨਾਲ ਚੱਲਿਆ ਸਭ ਕੋਏ ਨਾਲ ਚੱਲਦੇ ਆ 10-10 15 ਬੰਦੇ, ਗੱਡੀਆਂ ਪੁਲਿਸ ਦੀਆਂ ਅੱਗੇ ਲੱਗੀਆਂ ਰਹਿੰਦੀਆਂ ਤੇ ਉਹ ਕਹਿੰਦੇ ਪਰਾਂ ਹੋ ਜਾਓ ਪਰਾਂ ਹੋ ਜਾਓ। ਵੱਡਾ ਬੰਦਾ ਲੀਡਰ ਹੋਵੇ ਨਾ ਇਦਾਂ ਹੀ ਕਰਦੇ ਆ, ਅਮੀਰ ਹੋਵੇ ਉਹ ਵੀ ਇਦਾਂ 10-10 15-15 20-20 ਬੰਦੇ ਨਾਲ ਤੁਰਦੇ ਨੇ, ਚੰਗਾ ਨਾਮ ਰਖਾਏ ਕਿ ਜਸ ਕੀਰਤ ਜਗ ਲੈ, ਜਗ ਦੇ ਅੰਦਰ ਉਹਨਾਂ ਦੀ ਬਹੁਤ ਕੀਰਤੀ ਹੁੰਦੀ ਹੈ, ਹਰੇਕ ਉਹਦੇ ਨਾਲ ਸਾਂਝ ਬਣਾਉਣ ਦੀ ਰੱਖਦਾ। ਪਰ ਸਤਿਗੁਰੂ ਜੀ ਕਹਿੰਦੇ ਲੋਕਾਂ ਦੀ ਨਿਗਾਹ 'ਚ ਵੱਡਾ ਪੁਰਖ ਬਣ ਗਿਆ, ਲੋਕਾਂ ਦੀ ਨਿਗਾਹ ਵਿੱਚ ਲੋਕ ਤੈਨੂੰ ਉੱਚਾ ਕਹਿੰਦੇ ਨੇ, ਵੱਡਾ ਕਹਿੰਦੇ ਨੇ, ਪਰ ਜੇ ਤੂੰ ਕਰਤਾਰ ਦੀ ਨਿਗਾਹ 'ਚ ਵੱਡਾ ਨਾ ਬਣਿਆ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਜੇ ਤਿਸ ਨਜ਼ਰ ਨਾ ਆ ਬਈ, ਜੇ ਤੂੰ ਉਹਦੀ ਨਜ਼ਰ ਵਿੱਚ ਨਾ ਆਇਆ, ਜੇ ਤੂੰ ਉਹਦੀ ਨਜ਼ਰ ਵਿੱਚ ਕਬੂਲ ਨਾ ਹੋਇਆ, ਤੇਰੇ ਕੀਤੇ ਹੋਏ ਕੰਮਾਂ ਕਰਕੇ ਤੂੰ ਕਬੂਲ ਹੋਣਾ ਹੈ। ਹੁਣ ਜਿਹੜੇ ਕੰਮ ਤੂੰ ਕਰ ਰਿਹਾ ਹੈ ਤੇ ਲੋਕਾਂ ਨੂੰ ਦਿਸ ਰਹੇ ਨੇ ਨਾ, ਲੋਕਾਂ ਖੇਤ ਲਈ ਤੂੰ ਵਧੀਆ ਹੈ, ਲੋਕਾਂ ਖੇਤ ਲਈ ਤੇਰਾ ਰੁਤਬਾ ਵੱਡਾ ਹੈ, ਕੋਈ ਜੱਜ ਹੈ, ਕੋਈ ਬੰਦਾ ਜੱਜ ਹੈ ਤੇ ਲੋਕਾਂ ਦੀ ਨਿਗਾਹ 'ਚ ਬਹੁਤ ਵੱਡਾ ਰੁਤਬਾ ਹੈ, ਕੋਈ ਬੰਦਾ ਲੀਡਰ ਹੈ, ਲੋਕਾਂ ਦੀ ਨਿਗਾਹ 'ਚ ਬਹੁਤ ਵੱਡਾ ਰੁਤਬਾ ਹੈ। ਪਰ ਜਿਹੜੇ ਕੰਮ ਉਹ ਚੋਰੀਓਂ ਕਰ ਰਿਹਾ, ਜੱਜ ਦਾ ਮਤਲਬ ਹੈ ਕਿ ਸੱਚੇ ਫੈਸਲੇ ਸੁਣਾਵੇ, ਪਰ ਜਿਹੜਾ ਜੱਜ ਦੀ ਕੁਰਸੀ ਤੇ ਬੈਠਾ ਹੋਇਆ ਲੋਕਾਂ ਤੋਂ ਰਿਸ਼ਵਤ ਲੈ ਕੇ ਫੈਸਲੇ ਸੁਣਾਉਂਦਾ ਹੈ, ਇਹ ਗੱਲ ਤੇ ਉਹਦੇ ਮਿੱਤਰ ਨੂੰ ਨਹੀਂ ਨਾ ਪਤਾ, ਇਹ ਗੱਲ ਤੇ ਜਿਹੜਾ ਉਹਦੇ ਨਾਲ ਸਾਂਝ ਬਣਾਉਣੀ ਚਾਹੁੰਦਾ ਉਹਨੂੰ ਨਹੀਂ ਪਤਾ। ਜਿਹੜਾ ਲੀਡਰ ਕੁਰਸੀ ਤੇ ਬੈਠਾ ਹੋਇਆ ਜਿਹਦੀ ਬਹੁਤ ਵਾਹ ਹੈ, ਉਹ ਬੰਦਾ ਅੰਦਰ ਖਾਤੇ ਕਿੰਨੇ ਕੁ ਪਾਪ ਕਰ ਰਿਹਾ, ਇਸ ਗੱਲ ਦਾ ਅੰਦਾਜ਼ਾ ਉਹਨਾਂ ਬੰਦਿਆਂ ਨੂੰ ਨਹੀਂ ਜਿਹੜੇ ਨਾਲ ਤੁਰੇ ਫਿਰਦੇ ਆ। ਉਹਨੇ ਕਿੰਨੇ ਕੁ ਘਪਲੇ ਕੀਤੇ, ਕਿੰਨਾ ਕੁ ਰੁਪਈਆ ਪੈਸਾ ਆਪਣੇ ਅਕਾਊਂਟ ਵਿੱਚ ਜਮ੍ਹਾਂ ਕੀਤਾ ਜੋ ਲੋਕਾਂ ਦਾ ਸੀ, ਇਸ ਬਾਰੇ ਨਹੀਂ ਪਤਾ। ਪਰ ਅਗਲਾ ਕਹਿੰਦਾ ਮੈਂ ਇਹਦੇ ਨਾਲ ਸਾਂਝ ਬਣਾਵਾਂ, ਕਿਉਂ? ਕਿਉਂਕਿ ਅਸੀਂ ਆਪਣਾ ਕੰਮ ਕੱਢਣਾ ਹੁੰਦਾ ਹੈ। ਅਸੀਂ ਇਸ ਗੱਲ ਤੋਂ ਕੀ ਲੈਣਾ ਕਿ ਉਹ ਰਿਸ਼ਵਤਖੋਰ ਹੈ ਜਾਂ ਉਹਨੇ ਠੱਗੀਆਂ ਠੋਰੀਆਂ ਨਾਲ ਪੈਸਾ ਕਮਾਇਆ, ਇਹ ਗੱਲਾਂ ਸਾਡੇ ਲਈ ਮਾਇਨੇ ਨਹੀਂ ਰੱਖਦੀਆਂ। ਇਸ ਕਰਕੇ ਅਸੀਂ ਸਿਰਫ ਸਾਂਝ ਬਣਾਉਣ ਦੀ ਕਰਦੇ ਹਾਂ, ਸਾਂਝ ਬਣਦਾ, ਪਰ ਇਹ ਗੱਲ ਦਾ ਪਤਾ ਲੋਕਾਂ ਨੂੰ ਨਹੀਂ, ਰੱਬ ਨੂੰ ਤੇ ਹੈ ਨਾ। ਸਤਿਗੁਰੂ ਜੀ ਕਹਿੰਦੇ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਜਿਹੜਾ ਚੋਰੀ ਕਰਦਾ ਨਾ ਉਹ ਅੱਗੋਂ ਵੀ ਵੇਖਦਾ ਵੀ ਅੱਗੋਂ ਕੋਈ ਵੇਖ ਤੇ ਨਹੀਂ ਰਿਹਾ, ਪਿੱਛੋਂ ਵੀ ਵੇਖਦਾ ਮੈਨੂੰ ਕੋਈ ਪਿੱਛੋਂ ਤੇ ਨਹੀਂ ਵੇਖਦਾ। ਪਰ ਸਤਿਗੁਰੂ ਜੀ ਕਹਿੰਦੇ ਉਸ ਰੱਬ ਤੋਂ ਕਿਵੇਂ ਛੁਪਾਏਗਾ, ਉਹ ਤੇ ਵੇਖ ਰਿਹਾ ਨਾ। ਜਿਹੜੇ ਵੱਡੇ ਬੰਦਿਆਂ ਨਾਲ ਤੁਸੀਂ ਸਾਂਝ ਬਣਾਉਣ ਦੀ ਸੋਚਦੇ ਹੋ, ਕਦੀ ਸੋਚੋ ਕਿ ਉਹ ਵੱਡੇ ਬੰਦੇ ਰੱਬ ਦੇ ਦਰ ਤੇ ਕਬੂਲ ਨੇ। ਇਸ ਲਈ ਸਾਂਝ ਬਣਾਉਣੀ ਹੈ ਤੇ ਭਗਤੀ ਕਰਨ ਵਾਲਿਆਂ ਨਾਲ ਬਣਾਓ, ਸਾਂਝ ਬਣਾਉਣੀ ਹੈ ਤੇ ਸਿੱਧੇ ਰਾਹ ਪਾਉਣ ਵਾਲਿਆਂ ਨਾਲ ਬਣਾਓ। ਜਿਹੜਾ ਕੋਈ ਤੁਹਾਡੀ ਜ਼ਿੰਦਗੀ ਸਵਾਰ ਦੇ, ਜਿਹੜਾ ਕੋਈ ਤੁਹਾਡੀ ਜ਼ਿੰਦਗੀ ਸਿੱਧੇ ਰਾਹ ਪਾ ਦੇ, ਜਿਨ੍ਹਾਂ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ, ਉਹਨਾਂ ਨੇ ਨਾਰਿਆਂ ਤੇ ਮੁਜ਼ਾਰਿਆਂ ਤੋਂ ਇਲਾਵਾ ਤੁਹਾਨੂੰ ਕੁਝ ਨਹੀਂ ਦੇਣਾ। ਯਾਦ ਰੱਖਿਓ, ਨਾਰਿਆਂ ਤੇ ਮੁਜ਼ਾਰਿਆਂ ਤੋਂ ਇਲਾਵਾ ਕੱਖ ਨਹੀਂ ਦੇਣਾ ਉਹਨਾਂ ਨੇ। ਧੁੱਪ ਤੇ ਧੱਕੇ ਮਿਲਣਗੇ, ਏਡੀਆਂ ਏਡੀਆਂ ਵੱਡੀਆਂ ਰੈਲੀਆਂ ਕੱਢਦੇ ਜਾਂਦੇ, ਮਿਲਦਾ ਕੁਝ? ਦਿੰਦੇ ਨੇ ਕੁਝ? ਕੁਝ ਨਹੀਂ। ਇਸ ਲਈ ਜੇ ਉਹੀ ਸਮਾਂ ਕਰਤਾਰ ਦੇ ਲੇਖੇ ਲਾਇਆ ਹੁੰਦਾ ਤੇ ਬਹੁਤ ਕੁਝ ਪ੍ਰਾਪਤ ਹੋ ਜਾਣਾ ਸੀ, ਪਰ ਇਧਰਲੇ ਪਾਸੇ ਤੁਰੇ ਨਹੀਂ ਨਾ। ਲੋਕਾਂ ਦੇ ਅੰਦਰ, ਲੋਕਾਚਾਰੀ ਦੇ ਅੰਦਰ ਅਸੀਂ ਬਹੁਤ ਕੁਝ ਕੀਤਾ, ਪਰ ਇਹ ਲੋਕ ਤੱਕ ਸੀਮਤ ਰਹਿ ਗਿਆ। ਪਰਲੋਕ ਵਿੱਚ ਇਹਨੇ ਨਹੀਂ ਜਾਣਾ। ਪਰਲੋਕ ਵਿੱਚ ਤੇ ਕੇਵਲ ਨਾਮ ਜਾਣਾ ਹੈ। ਤਾਂ ਕਰਕੇ ਮੇਰੇ ਸਤਿਗੁਰੂ ਜੀ ਕਹਿੰਦੇ ਜੇ ਹਾਲਤ ਵੀ ਸਵਾਰਨਾ ਚਾਹੁੰਦਾ ਹੈ, ਲੋਕ ਵੀ ਸਵਰ ਜਾਏ। ਲੋਕ ਸੁਖੀ ਹੈ ਪਰ ਲੋਕ ਸੁਹੇਲੇ ਹੋ ਜਾਣ ਤੇ ਫਿਰ ਮੇਰੇ ਸਤਿਗੁਰੂ ਜੀ ਕਹਿੰਦੇ ਤੈਨੂੰ ਨਾਮ ਜਪਣਾ ਪੈਣਾ ਹੈ, ਬੰਦਗੀ ਕਰਨੀ ਪਵੇਗੀ। ਜਿਹੜੇ ਬੰਦਗੀ ਕਰਕੇ ਗਏ ਉਹਨਾਂ ਦੀ ਲੋਕਾਂ ਦੇ ਅੰਦਰ ਵੀ ਵਾਵਾ ਹੈ। ਜਿਹੜੇ ਬੰਦਗੀ ਕਰਕੇ ਗਏ ਉਹਨਾਂ ਦੀ ਪਰਲੋਕ ਦੇ ਅੰਦਰ ਵੀ ਵਾਵਾ।
ਇਸ ਲਈ ਵਾਵਾ ਖੱਟਣ ਵਾਲੇ ਸਿਰਫ ਕੱਲੇ ਲੋਕ ਤੱਕ ਸੀਮਤ ਨਾ ਰਹੀਏ ਕਿ ਲੋਕਾਂ ਦੀ ਲੋਕ ਸਾਡੀ ਵਾਵਾ ਵਾਵਾ ਕਰਨ। ਸਤਿਗੁਰੂ ਜੀ ਤੇ ਇੱਥੋਂ ਤੱਕ ਕਹਿੰਦੇ, ਕਿਉਂਕਿ ਜਦੋਂ ਕਿਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਈ ਬਖਸ਼ਿਸ਼ ਕੋਈ ਰਹਿਮਤ ਵਰਤਾਉਂਦੇ ਨਾ, ਤੇ ਉਥੋਂ ਦੇ ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗ ਜਾਂਦੇ, ਤੁਸੀਂ ਰੱਬ ਹੋ, ਤੁਸੀਂ ਖੁਦਾ ਹੋ। ਬੜੇ ਐਸੇ ਨਾਮ ਸਤਿਗੁਰਾਂ ਨਾਲ ਜੋੜਦੇ ਵੀ ਤੁਹਾਡੇ ਵਰਗਾ ਕੋਈ ਨਹੀਂ ਸੰਸਾਰ ਦੀ ਧਰਤੀ। ਪਰ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੱਥ ਜੋੜ ਕੇ ਕਹਿੰਦੇ, ਐ ਰੱਬ ਜੀ, ਇਹ ਸਭ ਕੁਝ ਤੇਰਾ ਹੈ, ਇਹ ਵਡਿਆਈ ਤੇਰੀ ਹੈ, ਇਹ ਗੁਣ ਤੇਰੇ ਨੇ। ਮੇਰੇ ਸਤਿਗੁਰਾਂ, ਮੈਂ ਤੇ ਸਿਰਫ ਗਾ ਰਿਹਾ ਵਾਂ, ਜੋ ਤੇਰਾ ਹੁਕਮ ਹੈ ਉਸ ਹੁਕਮ ਦੇ ਮੁਤਾਬਕ ਚੱਲ ਰਿਹਾ, ਪਰ ਕਰਤਾਰ ਕਿਰਪਾ ਕਰੀ ਮੇਰੇ ਅੰਦਰ ਹਉਮੈ ਨਾ ਪ੍ਰਗਟ ਹੋਵੇ, ਮੇਰੇ ਅੰਦਰ ਹੰਕਾਰ ਨਾ ਪ੍ਰਗਟ ਹੋਵੇ। ਤਾਂ ਕਰਕੇ ਮੇਰੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿੰਨਾ ਚਿਰ ਇੱਕੋ ਮੰਜੇ ਤੇ ਪਏ ਰਹੇ। ਕਿਸ ਕਾਰਨ ਕਰਕੇ? ਕਿ ਲੋਕ ਹੁਣ ਮੇਰੀ ਵਡਿਆਈ ਕਰਨ ਲੱਗ ਪਏ, ਲੋਕ ਮੇਰੀ ਉਪਮਾ ਕਰਨ ਲੱਗ ਪਏ ਆ। ਪਰ ਇਹ ਉਪਮਾ, ਇਹ ਵਡਿਆਈ ਮੇਰੀ ਥੋੜਾ ਹੈ, ਇਹ ਤੇ ਕਰਤਾਰ ਦੀ ਆ, ਰੱਬ ਦੀ ਹੈ। ਉਹ ਆਪਣੇ ਆਪ ਨੂੰ ਲੁਕਾਉਣ ਦਾ ਯਤਨ ਕਰਦੇ ਆ। ਜਿਨ੍ਹਾਂ ਦੇ ਅੰਦਰ ਕਰਤਾਰ ਦਾ ਨਾਮ ਵਸ ਜਾਂਦਾ ਹੈ, ਚਿੰਤਨ ਆ ਜਾਂਦਾ ਹੈ, ਉਹ ਲੋਕਾਂ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ, ਸਗੋਂ ਲੁਕਾਉਂਦੇ ਆ। ਪਰ ਭਗਤ ਬੇਣੀ ਜੀ ਕਹਿੰਦੇ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਏ। ਕਹਿੰਦੇ ਜਿੰਨਾ ਕੋਈ ਯਤਨ ਕਰ ਲੈ ਛੁਪਾਉਣ ਦਾ ਨਾਮ ਦੀ ਦਾਤ ਨੂੰ, ਛਪਦੀ ਨਹੀਂ, ਪ੍ਰਗਟ ਹੋ ਜਾਂਦੀ ਹੈ। ਜਿਹੜੇ ਕੋਈ ਕਹਿੰਦੇ ਨਾ ਜਪੀਏ, ਪ੍ਰਗਟ ਹੋ ਜਾਂਦੇ ਆ। ਪਰ ਜਿਹੜੇ ਕਹਿੰਦੇ ਅਸੀਂ ਲੋਕ ਵਿਖਾਵਾ ਕਰੀਏ, ਪ੍ਰਗਟ ਜ਼ਰੂਰ ਹੁੰਦੇ ਆ, ਪਰ ਕੁਝ ਸਮੇਂ ਤੱਕ ਹੀ ਚੱਲਦੇ ਆ। ਰੱਬ ਦੇ ਘਰ ਨਹੀਂ ਉਹਨਾਂ ਦੀ ਪਹੁੰਚ ਹੁੰਦੀ। ਇਸ ਕਰਕੇ ਜਿਨ੍ਹਾਂ ਦੀ ਪਹੁੰਚ ਹੁੰਦੀ, ਉਹ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕਰਦੇ, ਉਹ ਆਪਣੇ ਆਪ ਨੂੰ ਲੁਕਾਉਣ ਦਾ ਯਤਨ ਕਰਦੇ ਆ। ਉਹਨਾਂ ਦਾ ਲੋਕ ਵੀ ਸਬਰਦਾ ਏ, ਉਹਨਾਂ ਦਾ ਪਰਲੋਕ ਵੀ ਸਬਰਦਾ ਏ। ਰੱਬ ਦੇ ਘਰ ਵਿੱਚ ਵੀ ਉਹਨਾਂ ਦੀ ਜਗ੍ਹਾ ਹੁੰਦੀ ਹੈ, ਥਾਂ ਹੁੰਦੀ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਆ, ਹਲਤ ਪਲਤ ਮੁਖ ਉਜਲ ਹੋਈ। ਕਾ ਉਜਲ ਦਾ ਮਤਲਬ ਹੁੰਦਾ ਸੁਰਖਰੂ। ਸੁਰਖਰੂ ਸਮਝਦੇ ਹੋ? ਜਿਹਦੇ ਸਿਰ ਤੇ ਕੋਈ ਲੇਖਾ ਨਾ ਹੋਵੇ, ਜਿਹਦੇ ਸਿਰ ਦੇ ਉੱਪਰ ਕੋਈ ਉਧਾਰ ਨਾ ਹੋਵੇ, ਜਿਹੜੇ ਬੰਦੇ ਨੇ ਕਿਸੇ ਦਾ ਕੁਝ ਦੇਣਾ ਨਾ ਹੋਵੇ, ਉਹਨੂੰ ਕਿਹਾ ਜਾਂਦਾ ਸੁਰਖਰੂ ਹੈ। ਇਹ ਸੁਰਖਰੂ ਹੈ, ਇਹਨੇ ਕਿਸੇ ਦਾ ਕੁਝ ਦੇਣਾ ਨਹੀਂ, ਇਹਦੇ ਸਿਰ ਤੇ ਉਧਾਰ ਨਹੀਂ, ਇਹਦੇ ਸਿਰ ਤੇ ਕਰਜ਼ਾ ਨਹੀਂ ਚੜਿਆ। ਜਿਨ੍ਹਾਂ ਦੇ ਸਿਰਾਂ ਦੇ ਉੱਪਰ ਕਰਜ਼ਾ ਚੜਿਆ ਹੋਇਆ ਪਾਪਾਂ ਦਾ, ਉਹ ਬੰਦਿਆਂ ਨੂੰ ਕਦੀ ਸੁਰਖਰੂ ਨਹੀਂ ਕਿਹਾ ਜਾਂਦਾ। ਇਸ ਲਈ ਜਿਹੜੇ ਰੱਬ ਦੀ ਬੰਦਗੀ ਕਰਦੇ ਆ, ਜਿਹੜੇ ਰੱਬ ਦਾ ਚਿੰਤਨ ਕਰਦੇ ਨੇ, ਜਿਹੜੇ ਮਾਲਕ ਦੀ ਵਡਿਆਈ ਕਰਦੇ, ਮੇਰੇ ਸਤਿਗੁਰੂ ਜੀ ਕਹਿੰਦੇ ਉਹ ਲੋਕ ਦੇ ਅੰਦਰ ਵੀ ਮੁਖ ਉਜਲਾ। ਕਿਉਂਕਿ ਇਥੋਂ ਕੋਈ ਬਦਨਾਮੀ ਨਹੀਂ ਖੱਟ ਕੇ ਜਾਂਦਾ, ਇਥੋਂ ਕੋਈ ਬਦਨਾਮੀ ਨਹੀਂ ਖੱਟ ਕੇ ਜਾਂਦੇ। ਤੇ ਜਦੋਂ ਰੱਬ ਦੇ ਘਰ ਜਾਂਦੇ ਆ, ਉੱਥੇ ਵੀ ਉਹਨਾਂ ਦਾ ਮੁਖ ਉਜਲਾ ਹੁੰਦਾ। ਕਿਉਂਕਿ ਇੱਥੇ ਪਾਪ ਕਰਾਂਗੇ ਤੇ ਉੱਥੇ ਫਿਰ ਸਾਡਾ ਲੇਖਾ ਜੋਖਾ ਹੋਏਗਾ। ਜਿਹਨੇ ਇੱਥੇ ਪਾਪ ਕੋਈ ਨਹੀਂ ਕੀਤਾ, ਉਹਦਾ ਉੱਥੇ ਫਿਰ ਲੇਖਾ ਜੋਖਾ ਨਹੀਂ ਹੁੰਦਾ। ਮੇਰੇ ਸਤਿਗੁਰੂ ਜੀ ਕਹਿੰਦੇ, ਜੇ ਕਿਤੇ ਕੋਈ ਜਪਣ ਵਾਲੇ ਦਾ ਮਾੜਾ ਮੋਟਾ ਕੀਤਾ ਹੋਇਆ ਪਾਪ ਵੀ ਹੋਵੇ ਨਾ, ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ, ਉਹਨਾਂ ਦੀ ਉਹ ਪਾਪਾਂ ਦੀ ਚਿੱਠੀ ਨੂੰ ਪਾੜ ਦਿੰਦੇ ਆ। ਉਹ ਚਿੱਠੀ ਨੂੰ ਪੜ੍ਹ ਦਿੰਦੇ ਆ, ਉਹਨਾਂ ਦੇ ਪਾਪਾਂ ਨੂੰ ਖਤਮ ਕਰ ਦਿੰਦੇ ਆ। ਤੇ ਸਤਿਗੁਰੂ ਚੰਗੇ ਕੀਤੇ ਹੋਏ ਕਰਮਾਂ ਨੂੰ ਲੇਖੇ ਵਿੱਚ ਲਾਉਂਦੇ ਆ। ਇਸ ਲਈ ਆਪਣਾ ਹਲਤ ਸਵਾਰਨਾ ਹੈ, ਆਪਣਾ ਪਲਤ ਸਵਾਰਨਾ ਹੈ। ਤੇ ਸਾਨੂੰ ਕੀ ਕਰਨਾ ਪਵੇਗਾ? ਕਰਤਾਰ ਦੇ ਨਾਮ ਨੂੰ ਜਪਣਾ ਪਵੇਗਾ, ਮਾਲਕ ਦਾ ਨਾਮ ਧਿਆਉਣਾ ਪਏਗਾ। ਉਹਨਾਂ ਦਾ ਹਲਤ ਵੀ ਸੁਖੀ ਹੋਵੇਗਾ, ਉਹਨਾਂ ਦਾ ਪਲਤ ਵੀ ਸੁਖੀ ਹੋਵੇਗਾ, ਉਹਨਾਂ ਦਾ ਲੋਕ ਵੀ ਸੁਖੇਲਾ ਤੇ ਪਰਲੋਕ ਵੀ ਸੁਖੇਲਾ ਹੋਵੇਗਾ। ਲੋਕ ਸੁਖੀਏ, ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮੇਰਾ ਸਤਿਗੁਰੂ ਫਿਰ ਆਪੀ ਉਹਨਾਂ ਦਾ ਮਿਲਾਪ ਕਰਾ ਦੇਗਾ। ਹਲਤ ਪਲਤ ਸੁਖ ਪਾਏਂਦੇ, ਸਭ ਕਹਿੰਦੇ ਗਲਤ ਵਿੱਚ ਪਲਤ ਵਿੱਚ ਸੁਖ ਪਾਉਂਦੇ ਆ। ਜਪ ਜਪ ਹਿਰਦੈ ਮੁਰਾਰ, ਜਿਹੜੇ ਕਰਤਾਰ ਦੇ ਨਾਮ ਨੂੰ ਜਪ ਜਪ ਕੇ ਧਿਆ ਧਿਆ ਕੇ ਹਿਰਦੇ ਰੂਪੀ ਘਰ ਵਿੱਚ ਵਸਾ ਲੈਂਦੇ ਆ। ਹਿਰਦੇ ਰੂਪੀ ਘਰ ਵਿੱਚ ਵਸਾਉਂਦੇ ਆ। ਸਤਿਗੁਰੂ ਜੀ ਕਹਿੰਦੇ ਉਹਨਾਂ ਤੇ ਕਿਰਪਾ ਵਰਤਦੀ ਹੈ। ਘਰ ਹੀ ਵਿੱਚ ਮੈਲ ਪਾਇਆ ਗੁਰ ਸ਼ਬਦੀ ਵਿਚਾਰ, ਕਹਿੰਦੇ ਘਰ ਦੇ ਵਿੱਚ ਹੀ, ਘਰ ਦੇ ਵਿੱਚ ਹੀ ਭਾਵ ਹਿਰਦੇ ਰੂਪੀ ਘਰ ਵਿੱਚ
ਬਾਹਰੀ ਘਰ ਵਿੱਚ ਨਹੀਂ, ਜਿਹੜਾ ਸਾਡਾ ਆਪਣਾ ਘਰ ਹੈ, ਜਿਹਨੂੰ ਅਸੀਂ ਕਹਿੰਦੇ ਆ ਇਹ ਸਾਡਾ ਘਰ ਹੈ, ਪਰ ਹੈ ਨਹੀਂ ਹੈ ਸਾਡਾ। ਇਹ ਸਿਰਫ ਰਹਿਣ ਬਸੇਰਾ, ਰਾਤ ਕੱਟਣ ਲਈ ਜਗ੍ਹਾ ਦਿੱਤੀ ਮੇਰੇ ਮਾਲਕ ਨੇ ਸਾਨੂੰ, ਰਹਿਣ ਬਸੇਰਾ ਜਿੱਥੇ ਅਸੀਂ ਰਾਤ ਕੱਟਦੇ ਹਾਂ। ਸਾਨੂੰ ਨਹੀਂ ਪਤਾ ਵੀ ਦਿਨ ਸਾਡੇ ਲਈ ਚੜ੍ਹਨਾ ਹੈ ਕਿ ਨਹੀਂ ਚੜ੍ਹਨਾ, ਇਹਨੂੰ ਰਹਿਣ ਬਸੇਰਾ ਕਿਹਾ ਜਾਂਦਾ ਹੈ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਫਿਰ ਵੀ ਅਸੀਂ ਉਹਨੂੰ ਆਪਣਾ ਘਰ ਮੰਨਦੇ ਹਾਂ। ਇਹ ਉਸ ਘਰ ਦੀ ਗੱਲ ਨਹੀਂ ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਨਿਜ ਘਰ ਦੀ ਗੱਲ ਹੈ, ਆਤਮ ਰੂਪੀ ਘਰ ਦੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਘਰ ਹੀ ਵਿੱਚ ਮਹਿਲ ਪਾਇਆ, ਘਰ ਦੇ ਵਿੱਚੋਂ ਕੀ ਰੱਬ ਦੀ ਪ੍ਰਾਪਤੀ ਹੋ ਗਈ। ਪਰ ਹੋਈ ਕਿਵੇਂ? ਗੁਰ ਸ਼ਬਦੀ ਵਿਚਾਰ, ਗੁਰੂ ਦੀ ਸ਼ਬਦ ਦੀ ਵਿਚਾਰ ਕਰਦੇ ਹਾਂ, ਜਿਹੜੀ ਸਾਡੇ ਕੋਲ ਹੈ ਨਹੀਂ। ਅਸੀਂ ਕਦੀ ਨਹੀਂ ਸੋਚਿਆ ਜਪਜੀ ਸਾਹਿਬ ਪੜ੍ਹ ਲੈਂਦੇ ਹਾਂ, ਜਾਪ ਸਾਹਿਬ ਪੜ੍ਹ ਲੈਂਦੇ ਹਾਂ, ਤਪ ਰਸਾ ਸਵਈਏ ਪੜ੍ਹ ਲੈਂਦੇ ਹਾਂ, ਚੌਪਈ ਸਾਹਿਬ ਪੜ੍ਹ ਲੈਂਦੇ ਹਾਂ, ਆਨੰਦ ਸਾਹਿਬ ਪੜ੍ਹ ਲੈਂਦੇ ਹਾਂ। ਪੰਜ ਬਾਣੀਆਂ ਦਾ ਨਿਤਨੇਮ ਸਿਰਫ ਪੜ੍ਹਿਆ ਜਾਂਦਾ ਹੈ, ਪੜ੍ਹਿਆ ਜਾਂਦਾ। ਪਰ ਕਦੀ ਸੋਚਿਆ ਵੀ ਅਸੀਂ ਇਹਦੀ ਵਿਚਾਰ ਵੀ ਕਰੀਏ? ਕਦੀ ਅਸੀਂ ਇੱਕ ਓੰਕਾਰ ਦੀ ਵਿਚਾਰ ਨਹੀਂ ਕੀਤੀ। ਜਪਜੀ ਸਾਹਿਬ ਪੂਰੇ ਦੀ ਗੱਲ ਤੇ ਛੱਡੋ, ਕਦੀ ਦਿਮਾਗ ਲਾਇਆ ਹੋਵੇ, ਕਦੀ ਸਾਡੀ ਸੋਚ ਪੜ੍ਹਦਿਆਂ ਪੜ੍ਹਦਿਆਂ ਇੱਥੇ ਰੁਕ ਗਈ ਹੋਵੇ ਕਿ ਮਨਾ ਪੜ੍ਹਦਿਆਂ ਨੂੰ ਤੇ ਇੰਨਾ ਚਿਰ ਹੋ ਗਿਆ, ਹੁਣ ਵਿਚਾਰਨਾ ਹੀ ਸ਼ੁਰੂ ਕਰ ਦਈਏ। ਪੜ੍ਹਦਿਆਂ ਨੂੰ ਤੇ ਬੜਾ ਚਿਰ ਹੋ ਗਿਆ ਹੈ, ਹੁਣ ਆਪਾਂ ਇਸ ਬਾਣੀ ਦੀ ਵਿਚਾਰ ਵੀ ਸਮਝੀਏ ਵੀ ਇਹ ਬਾਣੀ ਕਹਿ ਕੀ ਰਹੀ ਹੈ। ਇੱਥੇ ਕਦੀ ਦਿਮਾਗ ਨਹੀਂ ਰੁਕਿਆ, ਪੜ੍ਹੀ ਜਾ ਰਹੇ, ਪੜ੍ਹੀ ਜਾ ਰਹੇ, ਪੜ੍ਹਦਿਆਂ ਪੜ੍ਹਦਿਆਂ ਕਿੰਨਾ ਕੁ ਪੜ੍ਹੀ ਗਏ, ਪੜ੍ਹ ਲਿਆ 1430 ਅੰਗ ਵੀ ਪੜ੍ਹ ਲਏ ਕਹਿਣ ਦਾ ਮੁਰਾਦ, ਪਰ ਪੱਲੇ ਕੀ ਪਿਆ? ਕੁਝ ਵੀ ਨਹੀਂ। ਕਿਉਂ? ਕਿਉਂਕਿ ਵਿਚਾਰ ਨਹੀਂ ਸੀ। ਤੇ ਜਿਨ੍ਹਾਂ ਕੋਲ ਵਿਚਾਰ ਆ ਗਈ ਉਹ ਹੰਕਾਰੀ ਬਣ ਗਏ। ਇਹ ਵੀ ਯਾਦ ਰੱਖੇ, ਵਿਚਾਰ ਨਾ ਹੈ ਪਰ ਕਿਤੇ 4 ਅੱਖਰ ਪੜ੍ਹ ਕੇ ਲੋਕਾਂ ਨੂੰ ਸਮਝਾਉਣ ਨਾ ਲੱਗ ਜਾਓ। ਇਹ ਵਿਚਾਰਨਾ ਆਪਣੀ ਜ਼ਿੰਦਗੀ ਲਈ, ਆਪਣੀ ਲਾਈਫ ਲਈ, ਆਪਣੇ ਅੰਤਰ ਆਤਮੇ ਲਈ ਵਿਚਾਰਨਾ ਹੈ। ਇਹ ਵਿਚਾਰ ਜਿਹੜੀ ਇੱਕ ਮੇਰੇ ਵਰਗਾ ਪ੍ਰਚਾਰਕ ਪੜ੍ਹ ਕੇ ਜਾਂ ਪ੍ਰਚਾਰ ਕਰ ਰਿਹਾ, ਉਹ ਅਲੱਗ ਵਿਚਾਰ ਹੈ, ਉਹ ਅਲੱਗ ਹੈ ਕਿ ਵਿਚਾਰ ਰਿਹਾ। ਪਰ ਜਿਹੜੇ ਗੁਰਮੁਖ ਜਨ ਆਪਣੇ ਲਈ ਵਿਚਾਰ ਰਹੇ ਨੇ ਨਾ ਜਪਜੀ ਸਾਹਿਬ ਨੂੰ, ਉਹ ਜ਼ਿੰਦਗੀ ਬਣਾ ਜਾਂਦੇ ਆ, ਉਹ ਜੀਵਨ ਬਣਾ ਜਾਂਦੇ। ਜਿਹੜਾ ਕੱਲਾ ਪੜ੍ਹ ਕੇ ਲੋਕਾਂ ਨੂੰ ਸੁਣਾਉਣ ਤੱਕ ਹੀ ਸੀਮਤ ਰਹਿ ਜਾਂਦੇ। ਪਰ ਨਹੀਂ, ਅਸੀਂ ਆਪਣੇ ਲਈ ਵਿਚਾਰੀਏ। ਅਸੀਂ ਕਮ ਸੇ ਕਮ ਇੱਕ ਪੰਕਤੀ ਰੋਜ਼ ਵਿਚਾਰਨ ਦਾ ਯਤਨ ਕਰੀਏ ਵੀ ਜਪਜੀ ਸਾਹਿਬ ਕਹਿੰਦਾ ਕੀ ਹੈ, ਤੇ ਉਹ ਪੜ੍ਹ ਕੇ ਆਪਣੇ ਅੰਦਰ ਟਿਕਾਈਏ ਕਿ ਅਸੀਂ ਜੋ ਪੜ੍ਹਿਆ ਹੈ ਉਹਦੇ ਅਰਥ ਬਣਦੇ ਆ। ਜਦੋਂ ਜਪਜੀ ਸਾਹਿਬ ਪੜ੍ਹੋਗੇ ਨਾਲ ਨਾਲ ਤੁਹਾਡੇ ਅਰਥ ਚੱਲਣਗੇ। ਜਿਹੜਾ ਬੰਦਾ ਅਰਥਾਂ ਨੂੰ ਪੜ੍ਹਦਾ ਵਿਚਾਰਦਾ ਹੋਵੇਗਾ ਨਾ, ਸੱਚ ਹੈ ਉਹ ਅਖੰਡ ਪਾਠੀ ਨਹੀਂ ਬਣ ਸਕਦਾ। ਹੁਣ ਇਹ ਗੱਲ ਤੁਸੀਂ ਕਹੋ ਵੀ ਅਖੰਡ ਪਾਠੀ ਕਿਉਂ ਨਹੀਂ ਬਣ ਸਕਦਾ? ਕਿਉਂਕਿ ਅਖੰਡ ਪਾਠ ਕਰਨ ਦੇ ਲਈ ਚਾਹੀਦੇ ਆ ਵੀ 70-80 ਅੰਗ ਬੰਦਾ ਕਰ ਲੈਂਦਾ ਹੋਵੇ, ਹਨਾ। ਤੇ ਜਿਹੜਾ ਵਿਚਾਰਵਾਨ ਬੰਦਾ ਮੇਰੇ ਵਰਗਾ ਜਦੋਂ ਪੜ੍ਹੇਗਾ ਨਾ, ਉਹਦੇ ਨਾਲ ਨਾਲ ਅਰਥ ਚੱਲਦੇ ਆ, ਫਿਰ ਉਹ ਜ਼ਿਆਦਾ ਨਹੀਂ ਪੜ੍ਹ ਸਕਦਾ, ਜ਼ਿਆਦਾ ਅੰਗ ਨਹੀਂ ਕਰ ਸਕਦਾ ਕਹਿਣ ਤੋਂ ਮੁਰਾਦ, ਕਿਉਂਕਿ ਉਹ ਪੜ੍ਹਦਾ ਪਾਠ ਤੇ ਨਾਲ ਨਾਲ ਅਰਥ ਚੱਲਦੇ। ਤੇ ਜਦੋਂ ਅਰਥ ਚੱਲਦੇ ਆ ਫਿਰ ਅੱਗੇ ਛੇਤੀ ਨਹੀਂ ਤੁਰਿਆ ਜਾਂਦਾ, ਬੰਦਾ ਜ਼ਿਆਦਾ ਅੰਗ ਨਹੀਂ ਕਰ ਸਕਦਾ, ਉਹਦੇ ਤੋਂ ਥੋੜੇ ਅੰਗ ਹੋਣਗੇ। ਤੇ ਜਿਹੜਾ ਸਿਰਫ ਪਾਠ ਤੱਕ ਸੀਮਤ ਹੈ, ਯਾਦ ਰੱਖਿਓ, ਜਿਹੜਾ ਪਾਠੀ ਹੈ ਨਾ, ਉਹਨੂੰ ਪਾਠੀ ਤਾਂ ਕਿਹਾ ਜਾਂਦਾ ਕਿਉਂਕਿ ਉਹ ਪਾਠ ਇਕੱਲਾ ਪੜ੍ਹਦਾ ਹੈ, ਉਹ ਵਿਚਾਰ ਨਹੀਂ ਜਾਣਦਾ। 80 ਵੀ ਕਰ ਦੇਗਾ, ਉਹ 90 ਵੀ ਕਰ ਦੇਗਾ। ਜਿਹੜਾ ਕੀਰਤਨੀਆ ਹੋਵੇਗਾ ਉਹਦੇ ਤੋਂ ਵੀ ਪਾਠ ਨਹੀਂ ਚੱਲੇਗਾ। ਕਿਉਂ? ਕਿਉਂਕਿ ਰਾਗ ਲਾਉਂਦਾ ਤੇ ਜਦੋਂ ਸ਼ਬਦ ਪੜ੍ਹੇਗਾ, ਪਾਠ ਪੜ੍ਹੇਗਾ, ਉਹ ਆਪਣੀ ਟਿਊਨ 'ਚ ਪੜ੍ਹੇਗਾ, ਆਪਣਾ ਉਹਦਾ ਲਹਿਜਾ ਉਹਦਾ ਬਣਿਆ। ਜਿਵੇਂ ਕੀਰਤਨ ਕਰਦਾ ਉਵੇਂ ਪਾਠ ਕਰੇ, ਜਿਵੇਂ ਕੀਰਤਨ ਕਰਦਾ ਉਵੇਂ ਪਾਠ ਕਰੇਗਾ, ਤੇ ਸੱਚ ਆ ਵੀ ਉਹਦੇ ਤੋਂ ਵੀ ਅੰਗ ਨਹੀਂ ਜ਼ਿਆਦੇ ਕੋ। ਇਸ ਕਰਕੇ ਨਾ ਰੱਬੀ ਬਾਣੀ ਨੂੰ ਵਿਚਾਰੋ। ਸਤਿਗੁਰੂ ਜੀ ਕਹਿੰਦੇ ਘਰ ਹੀ ਵਿੱਚ ਮਹਿਲ ਪਾਈਐ, ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਣੀ, ਤੇਰੇ ਅੰਦਰ ਸਭ ਕੁਝ ਹੈ। ਇਹਨੂੰ ਵਿਚਾਰਨਾ ਸ਼ੁਰੂ ਕਰ, ਇਹਨੂੰ ਵਿਚਾਰ। ਜਿਵੇਂ ਤੂੰ ਵਿਚਾਰੇਂਗਾ ਨਾ,
ਇਹਦਾ ਲਾਭ ਤੈਨੂੰ ਮਿਲਣਾ ਹੈ। ਜਪਜੀ ਸਾਹਿਬ ਨੂੰ ਤੂੰ ਵਿਚਾਰੇਂਗਾ, ਵਿਚਾਰ ਦੀ ਜਿਹੜਾ ਗੁਣ ਹੈ, ਉਹਦਾ ਤੱਤ ਹੈ, ਉਹਦਾ ਰਸ ਹੈ, ਤੈਨੂੰ ਆਵੇਗਾ। ਪਰ ਇਹ ਰਸ ਇੰਨੀ ਕੁ ਪਾਚਨ ਸ਼ਕਤੀ ਰੱਖੀ ਕਿ ਤੂੰ ਪਚਾ ਸਕੇ, ਲੋਕਾਂ ਨਾਲ ਕਿਤੇ ਸਿੰਘ ਨਾ ਪਛਾਣ ਲੱਗ ਜੀ, ਪਚਾ ਸਕੇ। ਤਾਂ ਸਤਿਗੁਰਾਂ ਨੇ ਕਿਹਾ, ਜੇ ਕੋ ਖਾਵੇ ਜੇ ਕੋ ਪੁੰਚੈ। ਅਸੀਂ ਖਾਣ ਤੇ ਲੱਗ ਜਾਂਦੇ ਆ, ਪਰ ਸਾਡੇ ਤੋਂ ਪਚਦਾ ਨਹੀਂ, ਸਾਡੇ ਤੋਂ ਪਚਦਾ ਨਹੀਂ। ਜਪਜੀ ਸਾਹਿਬ ਜੇ ਮੈਂ ਵਿਚਾਰਨਾ ਕਹਿਣਾ ਵਿਚਾਰੋ, ਪਰ 2 ਦਿਨ ਵਿਚਾਰਨ ਵਾਲਾ ਜਾ ਕੇ ਗ੍ਰੰਥੀ ਸਿੰਘ ਨੂੰ ਫਿਰ ਅਰਥ ਪੁੱਛਣ ਲੱਗ ਜਾਂਦਾ ਵੀ ਇਹਦੇ ਅਰਥ ਕੀ ਨੇ। ਕਾਹਦੇ ਲਈ? ਵੀ ਉਹਦੇ ਨਾਲ ਸਿੰਗੜਾਵਾਂ, ਉਹਦੇ ਨਾਲ ਕਿਸੇ ਨਾ ਕਿਸੇ ਗੱਲ ਤੋਂ ਝਗੜਾ ਪਾਵਾਂ, ਵੀ ਮੈਂ ਬਹੁਤ ਤਤ ਬੇਤਾ ਹੋ ਗਿਆ, ਮੈਨੂੰ ਬਹੁਤ ਗਿਆਨ ਆ ਗਿਆ 4 ਪੰਕਤੀਆਂ ਪੜ੍ਹ ਕੇ।